ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਜ਼ ਦੀ ਤਰ੍ਹਾਂ ਕਰ ਲਈਏ। ਦਿਨ ਦੇ ਵੇਲੇ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲ ਰਹੀ ਹੈ, ਰਾਤ ਦੇ ਵੇਲੇ ਠਾਰੀ ਵੱਧ ਰਹੀ ਹੈ ਤੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਹਾਲੇ 3-4 ਦਿਨ ਮੀਂਹ ਕਣੀ ਦੀ ਸੰਭਾਵਨਾ ਕੋਈ ਵੀ ਨਹੀਂ ਹੈ। ਪਹਾੜੀ ਖੇਤਰਾਂ ਦੇ ਵੱਲ ਠੰਡ ਹੋਰ ਵੱਧ ਗਈ ਹੈ ਤੇ ਮੈਦਾਨੀ ਖੇਤਰਾਂ ਦੇ ਵੱਲ ਉਹਦਾ ਅਸਰ ਹੋਣਾ ਸ਼ੁਰੂ ਹੋ ਗਿਆ, ਪਰ ਹਾਲੇ ਤੱਕ ਮੀਂਹ ਕਣੀ ਦੀ ਸੰਭਾਵਨਾ ਨਹੀਂ ਹੈ। ਇਹ ਜਿਹੜੀ ਮੀਂਹ ਕਣੀ ਆ ਹਾਲੇ ਵੈਸੇ ਕਿਸਾਨਾਂ ਦੇ ਲਈ ਠੀਕ ਵੀ ਨਹੀਂ, ਪਰ ਜੇਕਰ ਮੀਂਹ ਕਣੀ ਨਹੀਂ ਪੈਂਦੀ ਤਾਂ ਉਸ ਤੋਂ ਬਾਅਦ ਜਿਹੜੀ ਧੂੜ ਭਰੀ ਹਵਾ ਜੀ ਆ, ਜਿਹੜੀ ਅਸੀਂ ਕਹਿੰਦੇ ਹਾਂ ਕਿ ਮੌਸਮ ਦੇ ਵਿੱਚ ਗਰਦ ਜੀ ਆ, ਵਾਤਾਵਰਨ 'ਚ ਗਰਦ ਜੀ ਆ ਜਿਹੜੀ ਘੁਲੀ ਹੋਈ, ਉਹਦੇ ਕਰਕੇ ਲੋਕ ਆ ਜਿਹੜੇ ਉਹ ਆਵਾਜ਼ਾਰ ਆ। ਇਸ ਕਰਕੇ ਕਣੀਆਂ ਜੀਆਂ ਦੀ ਲੋੜ ਤਾਂ ਮਹਿਸੂਸ ਹੋ ਰਹੀ ਹੈ ਤੇ ਬਾਕੀ ਕੁਦਰਤ ਦੇ ਉੱਤੇ ਜ਼ੋਰ ਕੋਈ ਨਹੀਂ। ਪੈ ਜੇ ਮੀਂਹ ਕੱਲ੍ਹ ਨੂੰ ਪੈ ਜੇ, ਨਾ ਪਵੇ ਹਫ਼ਤਾ ਖੰਡ ਨਾ ਪਵੇ, ਪਰ ਗੱਲ ਮੌਸਮ ਵਿਭਾਗ ਨੇ ਕਿਹਾ ਕਿ ਹਾਲੇ 3-4 ਦਿਨ ਕੋਈ ਸੰਭਾਵਨਾ ਹੈ ਨਹੀਂ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ। 1 ਸਾਲ ਤੇ ਕੁਝ ਦਿਨ ਬੀਤ ਗਏ, ਉਸ ਤੋਂ ਬਾਅਦ ਲੰਘੇ ਕੱਲ੍ਹ ਕੇਂਦਰ ਦੀ ਸਰਕਾਰ ਦੇ ਵੱਲੋਂ ਬੀਜੇਪੀ ਦੇ ਵੱਲੋਂ ਪਾਰਲੀਮੈਂਟ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਜਿੰਨੇ ਕਾਹਲੀ ਕਦਮੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਤਿੰਨੇ ਖੇਤੀ ਕਾਨੂੰਨ ਆ ਜਿਹੜੇ ਉਹ ਰੱਦ ਕਰਨ ਦੇ ਲਈ ਬਿੱਲ ਪਾਸ ਕੀਤਾ ਗਿਆ। ਇਹਦੇ ਉੱਤੇ ਹੈਰਾਨੀ ਹੋਈ ਹੈ। ਇੰਨੀ ਕਾਹਲੀ ਦੇ ਵਿੱਚ ਹੀ ਇਹ ਕਾਨੂੰਨ ਬਣਾਏ ਸੀ, ਉਹਦੇ ਤੋਂ ਦੁੱਗਣੀ ਤਿੱਗਣੀ ਚੌਗਣੀ ਕਾਹਲੀ ਦੇ ਨਾਲ ਇਹ ਰੱਦ ਕਰਨੇ ਪਏ ਆ। ਤੇ ਆਪਾਂ ਜਾਣਦੇ ਹਾਂ ਵੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਪਿੱਛੇ ਕਿੰਨਾ ਵੱਡਾ ਯੋਗਦਾਨ ਆ, ਕਿੰਨੀ ਵੱਡੀ ਹਿੰਮਤ ਹੈ, ਕਿੰਨਾ ਵੱਡਾ ਜਨੂਨ ਆ, ਕਿੰਨਾ ਵੱਡਾ ਉਤਸ਼ਾਹ। ਹੁਣ ਕਿਸਾਨ 3-4 ਦਿਨਾਂ ਦੇ ਵਿੱਚ ਵਾਪਸ ਘਰਾਂ ਨੂੰ ਪਰਤਣੇ ਸ਼ੁਰੂ ਹੋ ਜਾਣਗੇ, ਇਸ ਗੱਲ ਦੀ ਪੂਰੀ ਆਸ ਹੈ। ਇਹ ਮੈਂ ਨਹੀਂ ਕਹਿੰਦਾ, ਸੰਯੁਕਤ ਕਿਸਾਨ ਮੋਰਚੇ ਦੇ ਕੁਝ ਆਗੂਆਂ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ। ਵੈਸੇ ਇਹ ਵੀ ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਮੀਟਿੰਗ ਹੋਣੀ ਹੈ ਕਿਸਾਨ ਆਗੂਆਂ ਦੀ। ਉਸ ਤੋਂ ਬਾਅਦ ਕੋਈ ਵੀ ਮਹੱਤਵਪੂਰਨ ਫੈਸਲਾ ਕੀਤਾ ਜਾ ਸਕਦਾ ਵੀ ਭਾਈ ਹੁਣ ਆਪਾਂ ਘਰਾਂ ਨੂੰ ਵਾਪਸੀ ਦੇ ਉੱਤੇ ਝਾਲੇ ਪਾਈਏ। ਪਰ ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਪਾਰਲੀਮੈਂਟ ਦੇ ਵਿੱਚ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਜਦੋਂ ਇਹ ਖੇਤੀ ਕਾਨੂੰਨ ਰੱਦ ਕਰਨ ਦੇ ਲਈ ਉਹ ਪ੍ਰਸਤਾਵ ਰੱਖਿਆ ਗਿਆ, ਬਿੱਲ ਲਿਆਂਦਾ ਗਿਆ, ਤਾਂ ਤੁਰੰਤ ਨਾਲ ਦੀ ਨਾਲ ਪੈਂਦੀ ਸੱਟੇ ਦੜਾ ਸੱਟ ਉਹ ਪਾਸ ਕਰੀ ਜਾਂਦੇ ਆ। ਤੇ ਜਿਹੜੀਆਂ ਵਿਰੋਧੀ ਧਿਰਾਂ ਉਹ ਇਹ ਚਾਹੁੰਦੀਆਂ ਸੀ ਕਿ ਇਸ ਮਸਲੇ ਦੇ ਉੱਤੇ ਆਪਾਂ ਬਹਿਸ ਕਰੀਏ, ਇਸ ਮਸਲੇ ਦੇ ਉੱਤੇ ਚਰਚਾ ਕਰੀਏ। ਜੋ ਸਪੀਕਰ ਸਾਹਿਬ ਨੇ ਉਹਨਾਂ ਨੇ ਵੀ ਇਜਾਜ਼ਤ ਦਿੱਤੀ ਸੀ ਚਰਚਾ ਕਰਨ ਦੇ ਲਈ, ਪਰ ਬਸ ਖਿੱਚ ਦਿਓ ਕੰਮ, ਖਿੱਚ ਦਿਓ, ਬਸ ਖਿੱਚ ਦਿਓ। ਇਸ ਤਰੀਕੇ ਦੇ ਨਾਲ ਦੜਾ ਸੱਟ ਕੱਲ੍ਹ ਕੰਮ ਹੋਇਆ। ਤੇ ਅਗਲੀ ਗੱਲ ਇਹ ਹੈ ਕਿ ਹੁਣ ਜਿਹੜੇ ਇਹ ਰੱਦ ਹੋਏ ਬਿੱਲ ਆ ਇਹ ਰਾਸ਼ਟਰਪਤੀ ਦੀ ਮੇਜ਼ ਦੇ ਉੱਤੇ ਜਾਣਗੇ। ਰਾਸ਼ਟਰਪਤੀ ਸਾਹਿਬ ਦੀ ਮੋਹਰ ਲੱਗਣ ਤੋਂ ਬਾਅਦ ਖੇਤੀ ਕਾਨੂੰਨ ਰੱਦ ਹੋ ਜਾਣਗੇ, ਫਿਰ ਨੋਟੀਫਿਕੇਸ਼ਨ ਜਾਰੀ ਹੋਊਗਾ ਤੇ ਫਿਰ ਰਸਮੀ ਤੌਰ ਦੇ ਉੱਤੇ ਇਹ ਕਾਨੂੰਨ ਰੱਦ ਹੋ ਜਾਣੇ ਆ। ਕਿਉਂਕਿ ਜਿਸ ਤਰੀਕੇ ਨਾਲ ਪ੍ਰਕਿਰਿਆ ਇਹ ਕਾਨੂੰਨ ਬਣਾਉਣ ਦੀ ਆ, ਉਸੇ ਤਰੀਕੇ ਨਾਲ ਇਹ ਪ੍ਰਕਿਰਿਆ ਰੱਦ ਕਰਨ ਦੀ ਵੀ ਆ। ਕਿਸਾਨਾਂ ਨੇ ਇਸ ਸਮੇਂ ਦੇ ਵਿੱਚ ਬੜਾ ਕੁਝ ਗਵਾਇਆ ਤੋਂ ਭਾਵ ਆਪਦੇ ਭੈਣਾਂ ਵੀਰ ਜਿਹੜੇ ਕਿ ਬਾਰਡਰ ਦੇ ਉੱਤੇ 700 ਤੋਂ ਵੱਧ ਭੈਣਾਂ ਵੀਰ ਗਵਾ ਲਏ ਤੇ ਹਾਸਲ ਕੀਤਾ ਏਕਾ, ਹਾਸਲ ਕੀਤਾ ਪਿਆਰ, ਹਾਸਲ ਕੀਤਾ ਜਨੂਨ ਤੇ ਹਾਸਲ ਕੀਤਾ ਸਰਕਾਰ ਨੂੰ ਝੁਕਾਉਣ ਦਾ ਇੱਕ ਤਜਰਬਾ, ਇੱਕ ਨਵਾਂ ਅਨੁਭਵ। ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਦੀ ਧੌਣ ਦੇ ਵਿੱਚੋਂ ਕੀਲਾ ਕੱਢਿਆ ਕਿਸਾਨਾਂ ਨੇ, ਇਹ ਕੋਈ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਆਉਂਦੇ ਸਮੇਂ ਤੱਕ, ਇਹ ਆਉਂਦੀਆਂ ਸਦੀਆਂ ਤੱਕ ਮੇਰਾ ਖਿਆਲ ਆ ਉਦਾਹਰਨਾਂ ਦਿੱਤੀਆਂ ਜਾਣਗੀਆਂ। ਇਹ ਪਾਠਕ੍ਰਮ ਦੇ ਵਿੱਚ ਵਿਦਿਆਰਥੀਆਂ ਦੇ ਗੱਲਾਂ ਸ਼ਾਮਲ ਹੋਣਗੀਆਂ ਵੀ ਇੱਕ ਸਰਕਾਰ ਸੀ, ਉਹਨੂੰ ਕਿਸਾਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਦੁਨੀਆ ਭਰ ਦਾ ਅੰਦੋਲਨ ਬਣਾ ਕੇ 1 ਸਾਲ ਤੇ ਕੁਝ ਦਿਨਾਂ ਦੇ ਵਿੱਚ ਝੁਕਾਇਆ। ਇਹ ਕਾਨੂੰਨ ਉਸੇ ਪਾਰਲੀਮੈਂਟ ਦੇ ਵਿੱਚ ਉਹਨਾਂ ਲੋਕਾਂ ਦੇ ਕੋਲੋਂ ਰੱਦ ਕਰਵਾਉਣ ਦੇ ਲਈ ਮਜਬੂਰ ਕੀਤਾ ਉਹਨਾਂ ਨੇ ਜਿਨ੍ਹਾਂ ਨੇ ਇਹ ਕਾਨੂੰਨ ਤਿਆਰ ਕੀਤੇ ਸੀ। ਕਿਉਂਕਿ ਇਹਨਾਂ ਨੇ ਨਾ ਤਾਂ ਉਦੋਂ ਪੁੱਛਿਆ ਜਦੋਂ ਇਹ ਕਾਨੂੰਨ ਤਿਆਰ ਕਰਨੇ ਸੀ, ਨਾ ਹੁਣ ਉਦੋਂ ਕਿਸੇ ਦੀ ਸਲਾਹ ਲਈ ਜਦੋਂ ਇਹ ਰੱਦ ਕਰਨੇ ਆ। ਸੋ ਜੇਕਰ ਲੰਘੇ ਕੱਲ੍ਹ ਚਰਚਾ ਹੁੰਦੀ ਤਾਂ ਇਸ ਮਾਮਲੇ ਦੇ ਉੱਤੇ ਸਰਕਾਰ ਬੜੇ ਬੁਰੇ ਤਰੀਕੇ ਦੇ ਨਾਲ ਘਿਰ ਜਾਣੀ ਸੀ। ਪਰ ਉਸ ਤੋਂ ਅਗਲੀ ਗੱਲ ਇਹ ਕਿ ਐਮਐਸਪੀ ਦੇ ਮਾਮਲੇ ਦੇ ਉੱਤੇ ਕਮੇਟੀ ਹੀ ਬਣਨੀ ਹੈ। ਸਾਨੂੰ ਇਸ ਗੱਲ ਦੀ ਪੂਰੀ ਆਸ ਹੈ। ਇਸ ਕਮੇਟੀ ਦੇ ਵਿੱਚ ਹੋ ਸਕਦਾ ਵੀ ਕੁਝ ਕਿਸਾਨ ਆਗੂ ਜਿਹੜੇ ਸੀਨੀਅਰ ਉਹ ਵੀ ਲਏ ਜਾਣਗੇ, ਇਹਦੇ ਵਿੱਚ ਸੀਨੀਅਰ ਅਧਿਕਾਰੀ ਵੀ ਲਏ ਜਾਣਗੇ, ਇਹਦੇ ਵਿੱਚ ਖੇਤੀਬਾੜੀ ਮਾਹਰ ਵੀ ਲੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਸ਼ਾਇਦ ਕੁਝ ਕੁ ਮੰਤਰੀ ਵੀ ਇਹਦੇ ਵਿੱਚ ਹੁਣ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਉਸ ਤੋਂ ਅਗਲੀ ਗੱਲ ਹੈ ਮੁਆਵਜ਼ੇ ਦੀ ਤੇ ਜਿਹੜੇ ਪਰਚੇ ਕੀਤੇ ਹੋਏ ਆ ਉਹ ਰੱਦ ਕਰਨ ਦੀ। ਇਹ ਸਰਕਾਰਾਂ ਆਪਣੇ ਤਰੀਕੇ ਨਾਲ ਕਰ ਸਕਦੀਆਂ, ਇਹ ਉਹਨਾਂ ਦੇ ਲਈ ਬਹੁਤਾ ਵੱਡਾ ਮਸਲਾ ਨਹੀਂ ਆ। ਕਿਉਂਕਿ ਜੇਕਰ ਮੁਆਵਜ਼ਾ ਦੇਣਾ ਹੋਵੇ, ਜਿਹੜੇ ਵੀ ਸੂਬੇ ਦੀ ਸਰਕਾਰ ਆ ਉਹ ਵੀ ਦੇ ਸਕਦੀ ਹੈ, ਕੇਂਦਰ ਦੀ ਸਰਕਾਰ ਆਪਣੇ ਵੱਲੋਂ ਵੀ ਦੇ ਸਕਦੀ ਹੈ, ਤੇ ਪਰਚੇ ਰੱਦ ਕਰਨੇ ਇਹਨਾਂ ਦੇ ਆਪਣੇ ਹੱਥ ਦੇ ਵਿੱਚ ਹੈ। ਕੋਈ ਵੱਡੀ ਗੱਲ ਹੈ ਨਹੀਂ। ਨਰਿੰਦਰ ਸਿੰਘ ਤੋਮਰ ਦੇ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਦੇ ਉੱਤੇ ਅਪਰਾਧਿਕ ਪਰਚੇ ਦਰਜ ਕਰਨ ਦੇ ਉੱਤੇ ਕਾਂਟਾ ਫੇਰਨ ਦੀ ਗੱਲ ਵੀ ਕਹਿ ਦਿੱਤੀ ਗਈ ਹੈ। ਯਾਨੀ ਕਿ ਪੌਣੇ ਤੋਂ ਵੱਧ ਅੰਦੋਲਨ ਇਹ ਜਿੱਤਿਆ ਗਿਆ। ਬਾਕੀ ਜਿਹੜਾ 15-20% ਆ, ਇਹਦੇ ਬਾਰੇ 2-3 ਦਿਨਾਂ ਦੇ ਵਿੱਚ ਕੋਈ ਵੱਡਾ ਫੈਸਲਾ ਲੈ ਲਿਆ ਜਾਣਾ ਤੇ ਫਿਰ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਜਾਣਗੇ ਖੁਸ਼ੀ ਵਾਲੇ ਰੌਂ ਦੇ ਵਿੱਚ। ਲੰਘੇ ਕੱਲ੍ਹ ਜਦੋਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਪਾਸ ਹੋਇਆ, ਉਸ ਤੋਂ ਬਾਅਦ ਬਾਰਡਰਾਂ ਦੇ ਉੱਤੇ ਇੱਕ ਦੂਜੇ ਦੇ ਉੱਤੇ ਕਿਸਾਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਆ, ਢੋਲ ਵੱਜੇ ਆ, ਭੰਗੜੇ ਪਏ ਆ, ਜਸ਼ਨ ਜਨੂਨ, ਬੋਲੀਆਂ ਪੂਰੀਆਂ ਗੀਤ ਚੱਲੇ ਉੱਥੇ। ਕਹਿਣ ਦਾ ਭਾਵ ਇਹ ਆ ਕਿ 1 ਸਾਲ ਤੋਂ ਵੱਧ ਦੀ ਮਿਹਨਤ ਜੋ ਰੰਗ ਲੈ ਕੇ ਆਈ ਹੈ, ਉਹਦੇ ਕਰਕੇ ਸਭ ਦੇ ਚਿਹਰੇ ਦੇ ਉੱਤੇ ਖੁਸ਼ੀ
ਤੇ ਤਸੱਲੀ ਦਾ ਤੇ ਉਤਸ਼ਾਹ ਦਾ ਖੇੜਾ ਹੈਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕੇਂਦਰ ਦੇ 3 ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ 1 ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ 2 ਦਿਨ ਦੇ ਵਿੱਚ ਖਤਮ ਹੋ ਸਕਦਾ ਹੈ। ਲੰਘੇ ਕੱਲ੍ਹ ਸਿੰਘੂ ਬਾਰਡਰ ਦੇ ਉੱਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਹਦੇ ਵਿੱਚ ਘਰ ਵਾਪਸੀ ਦੇ ਲਈ ਸਹਿਮਤ ਬਣ ਗਈ ਹੈ। ਹਾਲਾਂਕਿ ਇਹਦਾ ਅੰਤਿਮ ਫੈਸਲਾ 1 ਦਸੰਬਰ ਨੂੰ ਹੋਣ ਦੀ ਸੰਭਾਵਨਾ ਹੈ। ਫੈਸਲਾ ਲੈਣ ਦੇ ਲਈ ਬਣਾਏ ਗਏ ਸੰਯੁਕਤ ਕਿਸਾਨ ਮੋਰਚੇ ਦੇ 42 ਲੋਕਾਂ ਦੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਵੀ ਹੁਣ 1 ਦਸੰਬਰ ਨੂੰ ਹੀ ਹੋਵੇਗੀ। ਪਹਿਲਾਂ ਇਹ 4 ਦਸੰਬਰ ਨੂੰ ਹੋਣੀ ਸੀ। ਪੰਜਾਬ ਦੇ ਕਿਸਾਨ ਨੇਤਾ ਹਰਮੀਤ ਸਿੰਘ ਕਾਦੀਆਂ ਨੇ ਕਿਹਾ, ਅਸੀਂ ਜਿੱਤ ਹਾਸਲ ਕਰ ਚੁੱਕੇ ਹਾਂ, ਹੁਣ ਸਾਡੇ ਕੋਲ ਕੋਈ ਬਹਾਨਾ ਨਹੀਂ। ਘਰ ਵਾਪਸੀ ਤੇ ਸੰਯੁਕਤ ਕਿਸਾਨ ਮੋਰਚੇ ਦੀ ਮੋਹਰ ਲੱਗਣੀ ਬਾਕੀ ਹੈ। ਹਰਮੀਤ ਕਾਦੀਆਂ ਨੇ ਕਿਹਾ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਗਏ ਨੇ। ਪਰਾਲੀ ਤੇ ਬਿਜਲੀ ਐਕਟ ਦੇ ਵਿੱਚੋਂ ਕਿਸਾਨਾਂ ਨੂੰ ਕੱਢ ਦਿੱਤਾ ਗਿਆ। ਸਾਡੀ ਜਿੱਤ ਹੋ ਗਈ ਹੈ। ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਆਏ ਸਾਂ ਉਹਨਾਂ ਦੇ ਉੱਤੇ ਫੈਸਲਾ ਹੋ ਗਿਆ। MSP ਦੇ ਉੱਤੇ ਸਰਕਾਰ ਨੇ ਕਮੇਟੀ ਬਣਾਉਣ ਦੀ ਗੱਲ ਕਹੀ ਹੈ। ਇਹਦੇ ਲਈ ਕੇਂਦਰ ਸਰਕਾਰ ਨੂੰ 1 ਦਿਨ ਦਾ ਵਕਤ ਦਿੱਤਾ ਗਿਆ। ਇਹਦੇ ਵਿੱਚ ਕਿਸਾਨਾਂ ਦੇ ਪ੍ਰਤੀਨਿਧ ਲਏ ਜਾਣਗੇ ਜਾਂ ਨਹੀਂ ਤੇ ਉਹ ਕਿੰਨੇ ਵਕਤ ਦੇ ਵਿੱਚ ਫੈਸਲਾ ਕਰਨਗੇ, ਇਹਦੇ ਬਾਬਤ ਸਾਰਾ ਕੁਝ ਸਰਕਾਰ ਨੂੰ ਸਾਫ਼ ਕਰਨਾ ਚਾਹੀਦਾ। ਕਾਦੀਆਂ ਨੇ ਅੱਗੇ ਕਿਹਾ, ਪਹਿਲਾਂ ਸਾਡੀਆਂ ਮੰਗਾਂ ਦੇ ਉੱਤੇ ਕੇਂਦਰੀ ਮੰਤਰੀ ਨਰਿੰਦਰ ਤੋਮਰ ਤੇ ਪੀਯੂਸ਼ ਗੋਇਲ ਨੇ ਐਲਾਨ ਕੀਤੇ ਸਨ। ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੇ ਵਿੱਚ ਉਹਨਾਂ ਦਾ ਐਲਾਨ ਕਰ ਦੇਣ। ਅਸੀਂ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕਰ ਰਹੇ ਹਾਂ। ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਹੋਰ ਥਾਵਾਂ ਤੇ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਨੇ ਉਹ ਰੱਦ ਕਰਨੇ ਚਾਹੀਦੇ ਨੇ। ਸਰਕਾਰ ਪੂਰੀ ਤਰ੍ਹਾਂ ਝੁਕ ਚੁੱਕੀ ਹੈ ਤੇ ਅਸੀਂ ਆਪਣੀਆਂ ਮੰਗਾਂ ਦੇ ਉੱਤੇ ਸਰਕਾਰ ਨੂੰ ਝੁਕਣ ਵਾਸਤੇ ਮਜਬੂਰ ਕੀਤਾ। ਦੁਆਬੇ ਦੇ ਇੱਕ ਕਿਸਾਨ ਨੇਤਾ ਨੇ ਕਿਹਾ ਕਿ ਅਸੀਂ ਜੰਗ ਜਿੱਤ ਚੁੱਕੇ ਹਾਂ। ਪਹਿਲਾਂ ਸਰਕਾਰ ਸੰਸਦ ਨੂੰ ਸ਼ਰਧਾਂਜਲੀ ਦੇ ਕੇ ਖਤਮ ਕਰ ਦਿੰਦੀ ਸੀ। ਇਸ ਵਾਰ ਸਰਕਾਰ ਨੇ ਤੇਜ਼ੀ ਨਾਲ ਬਿੱਲ ਰੱਦ ਕੀਤੇ ਨੇ। ਸਰਕਾਰ ਦਾ ਰਵੱਈਆ ਦੇਖਦਿਆਂ ਅਸੀਂ 1 ਦਸੰਬਰ ਨੂੰ ਹੀ ਮੀਟਿੰਗ ਸੱਦ ਲਈ ਹੈ। ਪਹਿਲਾਂ ਵੀ ਅਸੀਂ 32 ਸੰਗਠਨ ਪ੍ਰਪੋਜ਼ਲ ਬਣਾਉਂਦੇ ਸਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਕੋਲੋਂ ਪਾਸ ਕਰਵਾਉਂਦੇ ਸਾਂ। ਸਰਕਾਰ ਦਾ ਰਵੱਈਆ ਦੇਖ ਕੇ ਸਾਨੂੰ ਉਮੀਦ ਹੈ ਕਿ ਮੰਗਲਵਾਰ ਨੂੰ ਬਾਕੀ ਮੰਗਾਂ ਦੇ ਉੱਤੇ, ਯਾਨੀ ਕਿ ਅੱਜ ਬਾਕੀ ਮੰਗਾਂ ਦੇ ਉੱਤੇ ਐਲਾਨ ਹੋ ਜਾਵੇਗਾ। ਕਿਸਾਨ ਨੇਤਾ ਜੰਗਵੀਰ ਸਿੰਘ ਦਾ ਕਹਿਣਾ, ਅਸੀਂ ਇਹਨੂੰ ਜਿੱਤ ਹੀ ਕਹਾਂਗੇ। ਪ੍ਰਧਾਨ ਮੰਤਰੀ ਮੋਦੀ ਦੇ ਫੈਸਲਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਪੰਜਾਬ ਦੇ ਵਿੱਚ ਕਿਸਾਨ ਸੰਗਠਨ ਟੋਲ ਪਲਾਜ਼ਿਆਂ ਦੇ ਉੱਤੇ ਲੱਗੇ ਧਰਨੇ ਹਟਾਉਣ ਦੇ ਵਾਸਤੇ ਵੀ ਤਿਆਰ ਹੋ ਗਏ ਨੇ। ਇਸ ਤੋਂ ਇਲਾਵਾ ਇੱਥੇ ਰੈਲੀਆਂ ਕਰ ਰਹੇ ਨੇਤਾਵਾਂ ਦਾ ਵਿਰੋਧ ਵੀ ਬੰਦ ਹੋ ਸਕਦਾ ਹੈ। ਪੰਜਾਬ ਦੇ ਵਿੱਚ ਕਾਰਪੋਰੇਟ ਗਰੁੱਪਾਂ ਦੀਆਂ ਵੱਖ-ਵੱਖ ਥਾਵਾਂ ਦੇ ਬਾਹਰ ਜਾਰੀ ਧਰਨੇ ਵੀ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਵੀ ਇੱਕ ਪ੍ਰਪੋਜ਼ਲ ਤਿਆਰ ਹੋ ਚੁੱਕਿਆ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੀ ਮੋਹਰ ਤੋਂ ਪਹਿਲਾਂ ਕਿਸਾਨ ਨੇਤਾ ਇਹਦੇ ਬਾਬਤ ਖੁੱਲ੍ਹ ਕੇ ਕੁਝ ਵੀ ਨਹੀਂ ਕਹਿ ਰਹੇ। ਪੰਜਾਬ ਦੇ ਸੰਗਠਨਾਂ ਦਾ ਫੈਸਲਾ ਇਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਸ ਅੰਦੋਲਨ ਦੀ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਵੱਲੋਂ ਹੀ ਕੀਤੀ ਗਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਇਸ ਤੋਂ ਪਹਿਲਾਂ ਜੋ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ 4 ਦਸੰਬਰ ਤੱਕ ਜੇਕਰ ਕੇਂਦਰ ਦੀ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ ਸਾਡੀਆਂ ਬਾਕੀ ਮੰਗਾਂ ਦੇ ਉੱਤੇ ਗੌਰ ਫਰਮਾਈ ਨਾ ਕੀਤੀ ਤਾਂ ਫਿਰ ਅਸੀਂ ਅਗਲੀ ਤਿੱਖੀ ਰਣਨੀਤੀ ਤਿਆਰ ਕਰਨ ਵਾਸਤੇ ਮਜਬੂਰ ਹੋਵਾਂਗੇ ਤੇ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦਿਆਂਗੇ। ਪਰ ਹੁਣ ਜਦੋਂ ਲਗਾਤਾਰ ਪੈਂਦੀ ਸੱਟੇ ਹਰ ਗੱਲ ਦੇ ਉੱਤੇ ਸਰਕਾਰ ਬਣ ਰਹੀ ਆ, ਆ ਵੀ ਕਰ ਦਿੰਦੇ ਆ, ਆ ਵੀ ਕਰ ਦਿੰਦੇ ਆ, ਆ ਵੀ ਕਰ ਦਿੰਦੇ ਆ, ਕਾਨੂੰਨ ਵੀ ਰੱਦ ਕਰ ਦਿੱਤੇ ਆ ਤੇ ਹੁਣ ਤਾਂ ਸਿਰਫ ਰਸਮੀ ਗੱਲਾਂ ਰਹਿ ਗਈਆਂ। ਇਸ ਕਰਕੇ ਕਿਸਾਨ ਆਗੂਆਂ ਨੇ ਕਿਹਾ ਕਿ 4 ਤਰੀਕ ਦੀ ਥਾਂ ਦੇ ਉੱਤੇ ਮੀਟਿੰਗ ਅਸੀਂ 1 ਦਸੰਬਰ ਨੂੰ ਰੱਖ ਲਈ ਹੈ, ਯਾਨੀ ਕਿ 3 ਦਿਨ ਪਹਿਲਾਂ। ਇਹਦੇ ਵਿੱਚ ਹੁਣ ਇਹੀ ਫੈਸਲਾ ਲਿਆ ਜਾਣਾ ਕਿ ਆਪਾਂ ਹੁਣ ਸਾਰਾ ਕੁਝ ਸਮੇਟ ਕੇ ਘਰਾਂ ਨੂੰ ਵਾਪਸ ਚਲੇ ਗਏ ਕਿਉਂਕਿ ਅਸੀਂ ਜਿੱਤ ਚੁੱਕੇ ਹਾਂ ਤੇ ਜਿੱਤੇ ਹੋਏ ਲੋਕਾਂ ਨੂੰ ਸਲਾਮ ਕਰਨੀ ਬਣਦੀ ਆ ਕਿਉਂਕਿ ਇਹ ਜਿੱਤ ਇੰਨੀ ਸੌਖੀ ਨਹੀਂ ਸੀ। ਇੱਕ ਗੱਲ ਮੈਂ ਅੱਗੇ ਵੀ ਕਹੀ ਸੀ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਤੇ ਅੱਜ ਵੀ ਉਹ ਬੇਨਤੀ ਕਰਦਾ ਕਿ ਇਸ ਅੰਦੋਲਨ ਨੇ ਸਾਨੂੰ ਇਹ ਗੱਲ ਜ਼ਰੂਰ ਸਿਖਾ ਦਿੱਤੀ ਹੈ ਕਿ ਜੇਕਰ ਅਸੀਂ ਧਰਮ ਦੇ ਚੱਕਰ ਦੇ ਵਿੱਚ ਉਲਝਣਾ ਬੰਦ ਕਰ ਦਈਏ, ਜੇਕਰ ਅਸੀਂ ਜਾਤ ਪਾਤ ਦੇ ਚੱਕਰ ਦੇ ਵਿੱਚ ਉਲਝਣਾ ਬੰਦ ਕਰ ਦਈਏ, ਜੇਕਰ ਸੂਬਿਆਂ ਦੇ ਲੋਕ ਆਪਸ ਦੇ ਵਿੱਚ ਲੜਾਈ ਲੜਨ ਦੀ ਥਾਂ ਦੇ ਉੱਤੇ ਸਾਂਝੇ ਤੌਰ ਦੇ ਉੱਤੇ ਸਰਕਾਰਾਂ ਦੇ ਨਾਲ ਮੱਥਾ ਲਾਉਣ, ਹੱਕੀ ਮੰਗਾਂ ਦੇ ਲਈ ਮੱਥਾ ਲਾਉਣ ਤਾਂ ਜਿੱਤ ਜ਼ਰੂਰ ਨਸੀਬ ਹੁੰਦੀ ਹੈ। ਭਾਵੇਂ ਉਹ ਮਹੀਨੇ ਬਾਅਦ ਹੋ ਜੇ, ਭਾਵੇਂ ਸਾਲ ਬਾਅਦ ਹੋ ਜੇ ਤੇ ਭਾਵੇਂ ਇਸ ਤੋਂ ਅਗਲੇ ਸਮੇਂ ਦੇ ਵਿੱਚ ਵੀ ਹੋਵੇ। ਪਰ ਅਗਲੀ ਗੱਲ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ BJP ਜਾਂ ਕੋਈ ਵੀ ਹੋਰ ਸਰਕਾਰ ਹੋਵੇ ਉਹਨੂੰ ਸੋਚ ਸਮਝ ਕੇ ਕਾਨੂੰਨ ਬਣਾਉਣੇ ਪਿਆ ਕਰਨਗੇ ਕਿਉਂਕਿ ਇਹ ਭਾਵੇਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਹੋਣ ਕਰਕੇ ਕੇਂਦਰ ਦੀ ਸਰਕਾਰ ਨੂੰ ਇੱਕਦਮ ਪੈਰ ਪਿਛਾਂਹ ਨੂੰ ਖਿੱਚਣੇ ਪਏ ਆ। ਮੈਨੂੰ ਨਿੱਜੀ ਤੌਰ ਤੇ ਜਾਪਦਾ ਹੈ ਵੀ ਜੇਕਰ 6-7 ਮਹੀਨੇ ਜਾਂ ਸਾਲ, 1.5 ਸਾਲ ਅੱਗੇ ਵੋਟਾਂ ਹੁੰਦੀਆਂ ਤਾਂ ਇਹਨਾਂ ਨੇ ਇੰਨੀ ਛੇਤੀ ਬਣਨਾ ਨਹੀਂ ਸੀ। ਹੋ ਸਕਦਾ ਫਿਰ ਉਹਨਾਂ ਵੋਟਾਂ ਤੋਂ 2 ਮਹੀਨੇ ਪਹਿਲਾਂ, 3 ਮਹੀਨੇ ਪਹਿਲਾਂ ਇਹ ਮੰਗਾਂ ਮੰਨੀਆਂ ਜਾਂਦੀਆਂ। ਗੌਂ ਭਨਾਵੇ ਜਾਉ, ਇਹ ਗੱਲ ਸੱਚੀ ਹੈ। ਸੋ ਪਰ ਫਿਰ ਵੀ ਜਿਹੜੇ ਮਰਜ਼ੀ ਰੂਪ ਦੇ ਵਿੱਚ ਹੋਵੇ, ਭਾਵੇਂ ਉਹਨਾਂ ਨੇ ਆਪਣੇ ਸਵਾਰਥ ਦੇ ਲਈ ਕਾਨੂੰਨ ਰੱਦ ਕਰਨ ਦਾ ਰਾਹ ਚੁਣਿਆ ਹੋਵੇ, ਪਰ ਇਹ ਕਿਸਾਨਾਂ ਦੀ ਜਿੱਤ ਹੈ। ਉਹਨਾਂ ਕਿਸਾਨਾਂ ਨੂੰ ਸਲਾਮ ਕਰਨੀ ਬਣਦੀ ਹੈ ਜਿਹੜੇ ਬਾਰਡਰਾਂ ਦੇ ਉੱਤੇ ਦਿਨ ਰਾਤ ਸੌਂਦੇ ਰਹੇ ਆ, ਜਿਨ੍ਹਾਂ ਨੇ ਝੱਖੜਾਂ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਮੀਂਹ ਕਣੀ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਠੰਡ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਗਰਮੀ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਰੋਗਾਂ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਨੇ ਭੁੱਖਣ ਭਾਣੇ ਸੌਣ ਕਰਕੇ ਵੀ ਪਰਵਾਹ ਨਹੀਂ ਕੀਤੀ, ਜਿਹੜੇ ਸੜਕਾਂ ਦੇ ਉੱਤੇ ਸੌਂਦੇ ਰਹੇ, ਰੋਡਾਂ ਦੇ ਉੱਤੇ ਸੌਂਦੇ ਰਹੇ ਆ, ਜਿਨ੍ਹਾਂ ਦੇ ਡਲੇ ਪੈਂਦੇ ਰਹੇ ਆ ਪਰ ਉਹ ਹੌਸਲੇ ਨਾਲ ਮੁਕਾਬਲਾ ਕਰਦੇ ਰਹੇ, ਜਿਹੜੇ ਸਰਕਾਰੀ ਜ਼ਬਰ ਦਾ ਮੁਕਾਬਲਾ ਕਰਦੇ ਰਹੇ, ਉਹਨਾਂ ਸਾਰਿਆਂ ਨੂੰ ਸਲਾਮ ਕਰਦਾ ਕਈ ਵਾਰੀ ਬੰਦਾ ਭਾਵੁਕ ਵੀ ਹੋ ਜਾਂਦਾ ਹੈ। ਮੈਨੂੰ ਯਾਦ ਆਉਂਦੀ ਹੈ ਇਕੱਲੀ ਗੱਲ
ਵੀ ਕਿਸ ਤਰੀਕੇ ਦੇ ਨਾਲ ਕਿਹਨੇ ਕਿਸਾਨਾਂ ਦੇ ਬਾਰੇ ਕੀ ਅਪਸ਼ਬਦ ਬੋਲੇ, ਪਰ ਧੰਨ ਆ ਉਹਨਾਂ ਦੇ ਜਿਗਰੇ, ਉਹਨਾਂ ਨੇ ਪੈਰ ਪਛਾਹ ਨੂੰ ਨਹੀਂ ਖਿੱਚੇ, ਉਹ ਦ੍ਰਿੜਤਾ ਦੇ ਨਾਲ ਲੱਗੇ ਰਹੇ ਤੇ ਜਿੱਤ ਉਹਨਾਂ ਦੇ ਕਦਮਾਂ ਦੇ ਵਿੱਚ ਪਈ ਆ। ਸਲਾਮ ਆ ਤੁਹਾਨੂੰ। ਬੀਬੀ ਪ੍ਰਨੀਤ ਕੌਰ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ ਤੇ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਪਟਿਆਲਾ ਤੋਂ ਕਾਂਗਰਸ ਦੇ, ਉਹਨਾਂ ਦੇ ਵੱਲੋਂ ਵੀ ਕਾਂਗਰਸ ਨੂੰ ਛੱਡਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਹ ਅੰਦਰੂਨੀ ਖਬਰ ਹੈ ਜਿਹੜੀ ਕਿ ਮੀਡੀਆ ਦੇ ਵਿੱਚ ਹੁਣ ਉੱਭਰ ਕੇ ਸਾਹਮਣੇ ਆ ਰਹੀ ਹੈ, ਕਿਉਂਕਿ ਪਿਛਲੇ ਦਿਨੀ ਹਰੀਸ਼ ਚੌਧਰੀ ਜਿਹੜੇ ਕਿ ਪੰਜਾਬ ਦੇ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਆ, ਹਰੀਸ਼ ਰਾਵਤ ਦੀ ਥਾਂ ਦੇ ਉੱਤੇ ਹਰੀਸ਼ ਚੌਧਰੀ ਲਾਏ ਗਏ ਸੀ। ਉਹਨਾਂ ਨੇ ਬੀਬੀ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਤੇ ਇਹ ਗੱਲ ਕਹੀ ਕਿ 1 ਹਫ਼ਤੇ ਦੇ ਵਿੱਚ ਉੱਤਰ ਦੇਣਾ ਕਿ ਤੁਸੀਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਕਿਹੜੀ ਗੱਲੋਂ ਸ਼ਾਮਲ ਹੋ ਰਹੇ ਹੋ, ਉਹ ਕਿਹੜੇ ਕਾਰਨ ਹੈ ਜਿਹਦੇ ਕਰਕੇ ਤੁਸੀਂ ਪਾਰਟੀ ਦੇ ਖਿਲਾਫ ਚੱਲ ਰਹੇ ਹੋ। ਤੁਸੀਂ ਆਪਣੇ ਪਤੀ ਦੇਵ ਜਿਨ੍ਹਾਂ ਨੇ ਕਿ ਕਾਂਗਰਸ ਛੱਡਣ ਦੀ ਗੱਲ ਕੀਤੀ ਹੈ, ਉਹਨਾਂ ਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਰਹੇ ਹੋ, ਤੁਸੀਂ ਇਹਦੇ ਮੁਤਲਕ ਉੱਤਰ ਦਿਓ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸ਼ਬਦ ਕੁਵਾਰ ਕੀਤਾ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਰੀਸ਼ ਚੌਧਰੀ ਜਿਹਨੂੰ ਰਾਜਸਥਾਨ ਦੀ ਕੈਬਨਿਟ ਦੇ ਵਿੱਚੋਂ ਇਸ ਕਰਕੇ ਕੱਢਿਆ ਗਿਆ ਕਿਉਂਕਿ ਇੱਕ ਕਤਲ ਦੇ ਮਾਮਲੇ ਦੇ ਵਿੱਚ ਮੁਲਜ਼ਮ ਹੈ ਤੇ ਪੰਜਾਬ ਦੇ ਵਿੱਚ ਆ ਕੇ ਉਹਦੇ ਵੱਲੋਂ ਸਰਕਾਰੀ ਕੰਮਾਂ ਦੇ ਵਿੱਚ ਦਖਲ ਦਿੱਤਾ ਜਾ ਰਿਹਾ, ਇੱਕ ਮੰਤਰੀ ਦੀ ਕੋਠੀ ਦੇ ਵਿੱਚ ਰਹਿਣਾ, ਚੰਨੀ ਦੇ ਉੱਤੇ ਦਬਾਅ ਬਣਾ ਕੇ ਰੱਖਣਾ, ਕਦੇ ਆਹ ਕੁਛ ਕਰ ਦਈਏ, ਕਦੇ ਆਹ ਕੁਛ ਕਰ ਦਈਏ, ਕਦੇ ਉਹ ਕੁਛ ਕਰ ਦਈਏ, ਇਹ ਕੁਝ ਮੈਂ ਤਾਂ ਨਹੀਂ ਚੱਲਣ ਦਿੱਤਾ ਸੀ ਤੇ ਨਾ ਹੀ ਮੈਂ ਇਹੋ ਜਿਹਾ ਕੁਝ ਬਰਦਾਸ਼ਤ ਕਰਾਂ। ਤੇ ਹੁਣ ਖਬਰ ਇਹ ਆਈ ਹੈ ਕਿ ਬੀਬੀ ਪ੍ਰਨੀਤ ਕੌਰ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਕਰ ਦਿੱਤਾ ਗਿਆ, ਬਗਾਵਤ ਦਾ ਕਹਿ ਲਈਏ ਜਾਂ ਕਾਂਗਰਸ ਨੂੰ ਛੱਡਣ ਦਾ ਕਹਿ ਲਈਏ ਜਾਂ ਭਾਜਪਾ ਦੇ ਵੱਲ ਜਾਣ ਦਾ ਕਹਿ ਲਈਏ ਜਾਂ ਪਰਿਵਾਰ ਦੇ ਨਾਲ ਰਹਿਣ ਦਾ ਕਹਿ ਲਈਏ, ਪਤੀ ਦੇਵ ਦੇ ਨਾਲ ਰਹਿਣ ਦਾ ਕਹਿ ਲਈਏ। ਉਹਨਾਂ ਨੇ ਇਹ ਲਿਖਿਆ ਜੀ ਕਿ ਕੈਪਟਨ ਫਾਰ 2012, ਮਤਲਬ ਇਹ ਆ ਵੀ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਫੇਰ ਆਊ, ਯਾਨੀ ਕਿ 2022 ਦਾ ਵਰ੍ਹਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਹੀ ਹੋਊ। ਇੱਕ ਪਤਨੀ ਦੇ ਤੌਰ ਦੇ ਉੱਤੇ ਉਹਨਾਂ ਦਾ ਇਹ ਜਜ਼ਬਾਤ ਆ ਜਾਂ ਆਉਂਦੇ ਸਮੇਂ ਦੇ ਵਿੱਚ ਸੱਚੀ ਮੁੱਚੀ ਕੁਝ ਹੋ ਸਕਦਾ, ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਕੱਲ੍ਹ ਮਨੋਹਰ ਲਾਲ ਖੱਟੜ ਦੇ ਨਾਲ ਮੁਲਾਕਾਤ ਕੀਤੀ ਹੈ, ਜਿਸ ਤਰੀਕੇ ਦੇ ਨਾਲ ਉਹ ਇਹ ਗੱਲ ਕਹਿ ਰਹੇ ਆ ਕਿ ਕਾਂਗਰਸ ਤੇ ਬੀਜੇਪੀ ਦੇ ਵੱਲੋਂ ਜੋ ਧੱਕਾ ਕੀਤਾ ਗਿਆ ਸਮੇਂ-ਸਮੇਂ ਦੇ ਉੱਤੇ ਸਾਡੇ ਨੇਤਾਵਾਂ ਦੇ ਨਾਲ, ਉਹ ਸਾਰੇ ਦੇ ਸਾਰੇ ਸਾਡੇ ਵਾਲੇ ਪਾਸੇ ਆਉਣਗੇ। ਅਸੀਂ ਤਿੱਖਾ ਮੁਕਾਬਲਾ ਦੇਵਾਂਗੇ ਤੇ ਅਸੀਂ ਆਪਣੀ ਸਰਕਾਰ ਵੀ ਬਣਾਵਾਂਗੇ। ਆਉਂਦੇ ਸਮੇਂ ਦੇ ਵਿੱਚ ਲੱਗਦਾ ਇਹ ਹੈ ਕਿ ਬੀਜੇਪੀ ਦੇ ਵੱਲੋਂ ਵੱਡਾ ਪੱਤਾ ਖੇਡਿਆ ਜਾਊਗਾ, ਸਿੱਖ ਭਾਈਚਾਰੇ ਨੂੰ ਨਾਲ ਜੋੜਨ ਦੇ ਲਈ ਵੀ, ਪੰਜਾਬੀਆਂ ਦੇ ਦਿਲ ਜਿੱਤਣ ਦੇ ਲਈ ਵੀ, ਬਾਕੀ ਸਾਰੇ ਵਰਗਾਂ ਨੂੰ ਖੁਸ਼ ਕਰਨ ਦੇ ਲਈ ਵੀ। ਤੇ ਜਿਹੜੇ ਬੀਜੇਪੀ ਦੇ ਨੇਤਾ ਹੁਣ ਤੱਕ ਘਰਾਂ ਦੇ ਵਿੱਚ ਤਾੜੇ ਪਏ ਸੀਗੇ, ਉਹਨਾਂ ਨੂੰ ਕਿਸਾਨ ਅੰਦੋਲਨ ਸਮਾਪਤ ਹੋਣ ਦੀ ਬੇਹੱਦ ਖੁਸ਼ੀ ਹੈ। ਕੱਲ੍ਹ ਤੱਕ ਜਿਹੜੇ ਅਵਾ ਤਵਾ ਬੋਲਦੇ ਸੀ, ਅੱਜ ਉਹ ਵੀ ਇਸ ਗੱਲੋਂ ਖੁਸ਼ ਹੈ ਕਿ ਘੱਟੋ ਘੱਟ ਅਸੀਂ ਲੋਕਾਂ ਦੇ ਵਿੱਚ ਤਾਂ ਵਿਚਰਾਂਗੇ, ਅਸੀਂ ਜਾ ਕੇ ਰੈਲੀਆਂ ਤਾਂ ਕਰਾਂਗੇ, ਅਸੀਂ ਜੰਮਣਿਆਂ ਮਰਨਿਆਂ ਦੇ ਉੱਤੇ ਤਾਂ ਜਾ ਸਕਦੇ ਹਾਂ, ਅਸੀਂ ਨੁੱਕੜ ਮੀਟਿੰਗਾਂ ਤਾਂ ਕਰਾਂਗੇ, ਅਸੀਂ ਰੋਡ ਸ਼ੋਅ ਤਾਂ ਕਰਾਂਗੇ, ਕਿਉਂਕਿ ਹੁਣ ਤੱਕ ਤਾਂ ਸਾਰਾ ਕੁਝ ਕਰਨਾ ਔਖਾ ਹੋਇਆ ਪਿਆ ਸੀ। ਸੋ ਬੀਜੇਪੀ ਨੂੰ ਕਿੰਨਾ ਕੁ ਲਾਭ ਹੋਊਗਾ ਇਹ ਕਿਸਾਨ ਅੰਦੋਲਨ ਸਮਾਪਤ ਕਰਾਉਣ ਦਾ, ਕੈਪਟਨ ਅਮਰਿੰਦਰ ਸਿੰਘ ਦਾ ਕਿੰਨਾ ਕੁ ਲਾਭ ਹੋਊਗਾ, ਕੀ ਕੈਪਟਨ ਅਮਰਿੰਦਰ ਸਿੰਘ ਮਨਚਾਹੀਆਂ ਕਰ ਸਕਣਗੇ 2022 ਦੇ ਲਈ, ਕੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਮੁੱਖ ਮੰਤਰੀ ਬਣ ਸਕਣਗੇ, ਕੀ ਲੋਕ ਉਹਨਾਂ ਦਾ ਕਾਰਜਕਾਲ 4.5 ਸਾਲ ਦਾ ਭੁੱਲ ਸਕਣਗੇ। ਇਹ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਨਹੀਂ ਆਏ ਤਾਂ ਆਉਣਗੇ ਆਉਂਦੇ ਸਮੇਂ ਦੇ ਵਿੱਚ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਬੀਬੀ ਪ੍ਰਨੀਤ ਕੌਰ ਨੇ ਬਾਗੀ ਤੀਵਰ ਦਿਖਾ ਦਿੱਤੇ ਨੇ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੈਪਟਨ ਫਾਰ 2022 ਦੀ ਪ੍ਰੋਫਾਈਲ ਪਿਕਚਰ ਲਾ ਦਿੱਤੀ ਹੈ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਕਾਂਗਰਸ ਨੋਟਿਸ ਵੀ ਜਾਰੀ ਕਰ ਚੁੱਕੀ ਹੈ। ਹਾਲੇ ਤੱਕ ਉਹਨਾਂ ਨੇ ਕਾਂਗਰਸ ਵੈਸੇ ਨਹੀਂ ਛੱਡੀ। ਇਸ ਫੋਟੋ ਤੋਂ ਇਹ ਗੱਲ ਸਾਫ਼ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਕਾਂਗਰਸ ਛੱਡ ਚੁੱਕੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹਿਣਗੇ। ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਕਰਨਗੇ। ਕੈਪਟਨ ਇਸ ਪਾਰਟੀ ਦੇ ਜ਼ਰੀਏ ਬੀਜੇਪੀ ਨਾਲ ਸੀਟ ਸ਼ੇਅਰਿੰਗ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ। ਪ੍ਰਨੀਤ ਕੌਰ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਨੇ। ਜੇ ਉਹ ਕਾਂਗਰਸ ਨੂੰ ਛੱਡਦੇ ਨੇ ਤਾਂ ਦਲ ਬਦਲੀ ਕਾਨੂੰਨ ਦੇ ਤਹਿਤ ਉਹ ਸੰਸਦ ਮੈਂਬਰ ਨਹੀਂ ਰਹਿ ਸਕਣਗੇ। ਜੇ ਕਾਂਗਰਸ ਉਹਨਾਂ ਨੂੰ ਖੁਦ ਕੱਢ ਦਿੰਦੀ ਹੈ ਤਾਂ ਫਿਰ ਉਹ ਸੰਸਦ ਵੀ ਬਣੇ ਰਹਿਣਗੇ। ਸ਼ਾਇਦ ਇਹੀ ਕਾਰਨ ਹੈ ਕਿ ਉਹ ਕੈਪਟਨ ਦੇ ਨਾਲ ਨੇ, ਪਰ ਉਹਨਾਂ ਦੇ ਵੱਲੋਂ ਰਸਮੀ ਤੌਰ ਦੇ ਉੱਤੇ ਕਾਂਗਰਸ ਨਹੀਂ ਛੱਡੀ ਗਈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪ੍ਰਨੀਤ ਕੌਰ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਸੀ। ਉਹਨਾਂ ਨੇ ਪੁੱਛਿਆ ਸੀ ਕਿ ਪ੍ਰਨੀਤ ਕੌਰ ਸਪਸ਼ਟ ਕਰਨ ਕਿ ਉਹ ਕੈਪਟਨ ਦੇ ਨਾਲ ਨੇ ਜਾਂ ਫਿਰ ਕਾਂਗਰਸ ਦੇ ਨਾਲ। ਇਹਦਾ ਜਵਾਬ ਦਿੱਤਾ ਗਿਆ ਜਾਂ ਨਹੀਂ, ਇਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਇਹ ਨੋਟਿਸ ਉਦੋਂ ਦਿੱਤਾ ਗਿਆ ਜਦੋਂ ਪ੍ਰਨੀਤ ਕੌਰ ਕੈਪਟਨ ਤੇ ਪਟਿਆਲਾ ਦੇ ਸਮਰਥਕ ਕੌਂਸਲਰਾਂ ਦੇ ਨਾਲ ਨਜ਼ਰ ਆਏ ਸਨ। ਪਟਿਆਲਾ ਦੇ ਵਿੱਚ ਕਾਂਗਰਸ ਕੁਝ ਦਿਨ ਪਹਿਲਾਂ ਕੈਪਟਨ ਫੈਮਿਲੀ ਨੂੰ ਮਾਤ ਦੇ ਚੁੱਕੀ ਹੈ। ਇੱਥੇ ਕੈਪਟਨ ਦੇ ਕਰੀਬੀ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ। ਉਹਨਾਂ ਨੂੰ ਬਹੁਮਤ ਦੇ ਲਈ 31 ਦੀ ਜਗ੍ਹਾ ਸਿਰਫ 25 ਵੋਟਾਂ ਹੀ ਮਿਲੀਆਂ। ਮੇਅਰ ਨੂੰ ਬਚਾਉਣ ਦੇ ਲਈ ਪ੍ਰਨੀਤ ਕੌਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੇ ਵੀ ਪੂਰਾ ਜ਼ੋਰ ਲਾਇਆ ਸੀ। ਹਾਲਾਂਕਿ ਕੈਪਟਨ ਪਰਿਵਾਰ ਨੇ ਇਹ ਗੱਲ ਕਹੀ ਹੈ ਕਿ ਇਹ ਜ਼ਿਆਦਤੀ ਵਾਲੀ ਗੱਲ ਹੈ ਤੇ ਲੋੜ ਪੈਣ ਦੇ ਉੱਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾ ਸਕਦਾ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੀ ਇਸ ਗੱਲ ਦੀ ਆਸ ਹੈ ਕਿ ਸਰਕਾਰ ਉਹਨਾਂ ਦੀ ਪਾਰਟੀ ਦੀ ਬਣੂਗੀ, ਉਹਨਾਂ ਦੀ ਜਾਂ ਬੀਜੇਪੀ ਦੀ ਬਣੂਗੀ। ਇਹ ਦੋਵੇਂ ਇੱਕ ਹੀ ਗੱਲ ਜਾਪਦੀ ਹੈ ਹੁਣ ਤਾਂ, ਕਿਉਂਕਿ ਇਹ ਨਹੀਂ ਕਹਿ ਸਕਦੇ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਦੇ ਨੇਤਾ, ਇਉਂ ਹੀ ਲੱਗਦਾ ਕਿ ਉਹ ਤਾਂ ਬੀਜੇਪੀ ਦੇ ਆਗੂ ਹੀ ਆ। ਰਸਮੀ ਤੌਰ ਦੇ ਉੱਤੇ ਐਲਾਨ ਹੀ ਹੋਣਾ ਬਾਕੀ ਹੈ, ਵੈਸੇ ਉਹ ਬੀਜੇਪੀ ਦੇ ਹੀ ਆ। ਹੁਣ ਦੋਸ਼ ਭਾਵੇਂ ਉਹਨਾਂ ਦੇ ਉੱਤੇ ਪਹਿਲਾਂ ਵੀ ਲੱਗਦੇ ਰਹੇ ਆ ਕਿ ਉਹ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਆ, ਪਰ ਹੁਣ ਤਾਂ ਉਹ ਨੰਗੇ ਚਿੱਟੇ ਤੌਰ ਦੇ ਉੱਤੇ ਸਾਰੀ ਗੱਲ ਕਹਿੰਦੇ ਵੀ ਆਪਾਂ ਤਾਂ ਜਿੱਤ ਗਏ ਸਮਝ ਲਓ। ਇਹ ਤਾਂ ਰਸਮੀ ਐਲਾਨ ਹੋਣੇ ਬਾਕੀ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਪਟਿਆਲੇ ਚੋਣ ਲੜੂੰ। ਮਤਲਬ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਰਾਜਨੀਤਿਕ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਹੋਰ ਚੰਗਾ ਲੱਗੂਗਾ। ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵੀ ਇਕੱਲੀ ਦਿਲਚਸਪੀ ਨਾ ਸਾਡੇ ਪਿੰਡ ਪੱਲੇ ਰਹਿ ਜੇ, ਹੋਰ ਵੀ ਕੁਝ ਨਾ ਕੁਝ ਪੰਜਾਬ ਦਾ ਬਣੇ, ਪੰਜਾਬ ਦੇ ਲੋਕਾਂ ਦਾ ਕੁਝ ਨਾ ਕੁਝ ਸੰਵਾਰਿਆ ਜਾਵੇ। ਇਹਦੀ ਅਸੀਂ ਇੱਛਾ ਪਾਲਦੇ ਹਾਂ ਤੇ ਇਹ ਚਾਹੁੰਦੇ ਹਾਂ ਜੀ ਕਿ ਪੰਜਾਬ ਦੇ ਲੋਕ ਜਿਹੜੇ ਕਿ ਵਿਰ-ਵਿਰ ਕਰਦੇ ਆ, ਪੰਜਾਬ ਦੇ ਉਹ ਲੋਕ ਜਿਹੜੇ ਕਿ ਇਸ ਵਕਤ ਸਹੂਲਤਾਂ ਤੋਂ ਸੱਖਣੇ ਆ, ਉਹਨਾਂ ਦੀ ਕੋਈ ਮਾੜੀ ਮੋਟੀ ਬਾਤ ਵੀ ਪੁੱਛੀ ਜਾਵੇ। ਇਹ ਨਾ ਹੋਵੇ ਅਸੀਂ ਇੰਨੀਆਂ ਸੀਟਾਂ ਲੈ ਜਾਵਾਂਗੇ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਆਪ ਜੀ ਜਿੱਤ ਜਾਂਦੇ ਹੋ, ਵੋਟਾਂ ਪਾਉਣ ਵਾਲੇ ਹਰ ਵਾਰੀ ਹਾਰ ਜਾਂਦੇ ਆ। ਐਤਕੀ ਇੱਦਾਂ ਨਾ ਹੋਵੇ, ਇਹਦੀ ਕਾਮਨਾ ਕਰਦੇ ਆ। ਪਰ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਦੇ ਨਾਲ ਵੱਖਰੀ ਲੀਹ ਪਾੜ ਕੇ ਚੱਲ ਰਹੇ ਆ, ਜਿਸ ਤਰੀਕੇ ਦੇ ਨਾਲ ਉਹ ਇਹ ਵੀ ਗੱਲ ਕਹਿ ਰਹੇ ਕਿ ਜਦੋਂ ਚੋਣ ਜ਼ਾਬਤਾ ਲੱਗ ਗਿਆ ਉਦੋਂ ਦੇਖੋ ਕਿਸ ਤਰੀਕੇ ਨਾਲ ਇਹਨਾਂ ਦੀਆਂ ਵਿਕਟਾਂ ਡਿੱਗਦੀਆਂ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਅਕਾਲੀ ਦਲ ਹੋਵੇ, ਭਾਵੇਂ ਹੋਰ ਛੋਟੀਆਂ ਵੱਡੀਆਂ ਪਾਰਟੀਆਂ ਹੋਣ। ਉਹਨਾਂ ਦਾ ਇਹ ਕਹਿਣਾ ਕਿ ਸਾਡੇ ਨਾਲ ਰਲਣ ਵਾਸਤੇ, ਤੁਰਨ ਵਾਸਤੇ ਪੰਜਾਬ ਦੇ ਬਹੁਤ ਵੱਡੇ ਵੱਡੇ ਨੇਤਾ ਬੈਠੇ ਆ। ਪਿਛਲੇ ਦਿਨੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਜੀ ਕਿ ਬਹੁਤ ਸਾਰੇ ਕਾਂਗਰਸ ਦੇ ਸੀਨੀਅਰ ਨੇਤਾ ਮੇਰੇ ਨਾਲ ਆਉਣ ਨੂੰ ਤਿਆਰ ਆ, ਪਰ ਮੈਂ ਹੀ ਉਹਨਾਂ ਨੂੰ ਰੋਕਿਆ ਹੋਇਆ, ਉਹਨਾਂ ਵਿਧਾਇਕਾਂ ਨੂੰ, ਵੀ ਜੇਕਰ ਤੁਸੀਂ ਹੁਣੇ ਮੇਰੇ ਨਾਲ ਆਉਣ ਦਾ ਐਲਾਨ ਕਰਤਾ ਤਾਂ ਸਰਕਾਰ ਨੇ ਤੁਹਾਡੇ ਫੰਡ ਰੋਕ ਦੇਣੇ ਆ, ਤੁਹਾਡੇ ਹਲਕਿਆਂ ਦਾ ਕੰਮ ਬੰਦ ਹੋ ਜਾਣਾ ਤੇ ਉਸ ਤੋਂ ਬਾਅਦ ਲੋਕ ਤੁਹਾਡੇ ਵਿਰੁੱਧ ਹੋ ਜਾਣੇ ਆ। ਇਸ ਕਰਕੇ ਚੋਣ ਜ਼ਾਬਤਾ ਲਾਗੂ ਹੋਣ ਦਿਓ, ਵੇਖੋ ਬੇਰਾਂ ਵਾਂਗੂ ਇੱਧਰਲੇ ਪਾਸੇ ਕਿਵੇਂ ਆ ਡਿੱਗਦੇ ਸਾਰੇ ਨੇਤਾ। ਸੋ ਦੇਖੋ ਆਉਣ ਵਾਲੇ ਸਮੇਂ 'ਚ ਕੀ ਬਣਦਾ। ਪਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਵੀ ਧੋਬੀ ਪਟਕੇ ਕਈਆਂ ਨੂੰ ਲਵਾਵਾਂਗੇ, ਐਤਕੀ ਕਮਾਲ ਕਰ ਦਿਆਂਗੇ। ਲੋਕ ਹਾਲ ਦੀ ਘੜੀ ਤਾਂ ਇਹ ਗੱਲ ਕਹਿੰਦੇ ਆ ਵੀ ਐਦਾਂ ਕੁਝ ਹੋਣਾ ਨਹੀਂ, ਪਰ ਸਮਾਂ ਦੱਸੂ ਵੀ ਕੌਣ ਸਹੀ ਹੈ ਤੇ ਕੌਣ ਗਲਤ ਆ। ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ, ਦੋਵਾਂ ਸੂਬਿਆਂ ਦੇ ਵਿੱਚ ਸਿੱਖਿਆ ਦਾ ਪੱਧਰ ਕਿਹੋ ਜਿਹਾ ਵੈਸੇ ਦੱਸਣ ਦੀ ਲੋੜ ਨਹੀਂ ਤੇ ਪੁੱਛਣ ਦੀ ਲੋੜ ਵੀ ਨਹੀਂ। ਕਿਹੜੇ ਸੂਬੇ ਦੇ ਵਿੱਚ ਚੰਗਾ ਤੇ ਕਿਹੜੇ ਸੂਬੇ ਦੇ ਵਿੱਚ ਮਾੜਾ ਇਹ ਵੀ ਦੱਸਣ ਦੀ ਲੋੜ ਨਹੀਂ। ਪਰ ਪੰਜਾਬ ਤੇ ਦਿੱਲੀ ਦੇ ਯਾਨੀ ਕਿ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਆਪਸ ਦੇ ਵਿੱਚ ਸ਼ਬਦਕ ਜੰਗ ਚੱਲ ਰਹੀ ਹੈ। ਪ੍ਰਗਟ ਸਿੰਘ ਹੋਰਾਂ ਨੇ ਚੁਣੌਤੀ ਦਿੱਤੀ ਸੀ ਵੀ ਭਾਈ ਮੈਂ ਬਹਿਸ ਕਰਨ ਦੇ ਲਈ ਮਨਜ਼ੂਰੀ ਦਿੰਦਾ, ਮੈਂ ਬਹਿਸ ਕਰ ਸਕਦਾ, 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਜਾਵੇ। ਮਨੀਸ਼ ਸਿਸੋਦੀਆ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਸੂਚੀ ਜਾਰੀ ਵੀ ਕਰਤੀ। ਹੁਣ ਪ੍ਰਗਟ ਸਿੰਘ ਹੋਰਾਂ ਨੇ ਗੱਲ ਕਹੀ ਹੈ ਕਿ ਨਹੀਂ, ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਸਹੀ ਨਹੀਂ। ਪੰਜਾਬ ਸਰਹੱਦੀ ਸੂਬਾ, ਇੱਥੇ ਬਹੁਤ ਸਾਰੀਆਂ ਮੁਸ਼ਕਿਲਾਂ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਰਹੀਆਂ, ਪਰ ਅਸੀਂ ਸਿੱਖਿਆ ਦਾ ਪੱਧਰ ਬਹੁਤ ਉੱਚਾ ਚੁੱਕਿਆ। ਮਨੀਸ਼ ਸਿਸੋਦੀਆ ਇਹ ਗੱਲ ਕਹਿੰਦੇ ਆ ਵੀ ਪ੍ਰਗਟ ਸਿੰਘ ਆ ਜਿਹੜੇ ਉਹ ਆਪਣੀ ਗੱਲ ਤੋਂ ਭੱਜ ਗਏ ਆ, ਉਹ ਮੈਦਾਨ ਛੱਡ ਕੇ ਦੌੜ ਗਏ ਆ। ਹੁਣ ਅਸੀਂ ਕੁਝ ਨਹੀਂ ਕਹਿੰਦੇ ਕਿ ਲੋਕਾਂ ਨੇ ਸਭ ਕੁਝ ਸਾਹਮਣੇ ਸ਼ੀਸ਼ੇ ਵਾਂਗੂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲ ਦੇ ਉੱਤੇ ਘਮਸਾਨ ਮਚ ਗਿਆ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਮੈਦਾਨ ਛੱਡ ਕੇ ਭੱਜ ਗਏ ਨੇ। ਉਹਨਾਂ ਨੇ ਹੁਣ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ 250 ਸਕੂਲਾਂ ਦੀ ਸੂਚੀ ਜਾਰੀ ਕਰਨ ਤਾਂ ਜੋ ਦਿੱਲੀ ਤੇ ਪੰਜਾਬ ਦੇ ਸਕੂਲਾਂ ਦੀ ਤੁਲਨਾ ਕੀਤੀ ਜਾ ਸਕੇ। ਹਾਲਾਂਕਿ ਪ੍ਰਗਟ ਸਿੰਘ ਨੇ ਕਿਹਾ ਕਿ ਸਿਸੋਦੀਆ ਉਹਨਾਂ ਦੀ ਚੁਣੌਤੀ ਨੂੰ ਢੰਗ ਨਾਲ ਨਹੀਂ ਸਮਝੇ। ਪ੍ਰਗਟ ਸਿੰਘ ਨੇ ਹੀ ਸਿਸੋਦੀਆ ਦੀ ਚੁਣੌਤੀ ਕਬੂਲ ਕੀਤੀ ਸੀ। ਸਿਸੋਦੀਆ ਨੇ 10 ਸਕੂਲਾਂ ਦੀ ਤੁਲਨਾ ਵਾਸਤੇ ਕਿਹਾ ਸੀ ਤਾਂ ਪ੍ਰਗਟ ਸਿੰਘ ਨੇ 250 ਦੀ ਸੂਚੀ ਮੰਗੀ ਸੀ। ਐਤਵਾਰ ਨੂੰ ਸਿਸੋਦੀਆ ਨੇ ਇਹ ਸੂਚੀ ਜਾਰੀ ਕਰ ਦਿੱਤੀ। ਉਹਨਾਂ ਨੇ ਪ੍ਰਗਟ ਸਿੰਘ ਨੂੰ ਕਿਹਾ ਕਿ ਉਹ ਵੀ ਸ਼ਾਮ ਤੱਕ ਸੂਚੀ ਜਾਰੀ ਕਰਨ ਤੇ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ। ਪ੍ਰਗਟ ਸਿੰਘ ਨੇ ਕਿਹਾ ਕਿ ਸਿਸੋਦੀਆ ਨੂੰ ਜਵਾਬ ਦੇਣ ਦੀ ਇੰਨੀ ਜਲਦੀ ਸੀ ਕਿ ਉਹਨਾਂ ਨੇ ਜੋ ਕੁਝ ਲਿਖਿਆ ਸੀ ਉਸ ਨੂੰ ਉਹ ਸਮਝ ਹੀ ਨਹੀਂ ਸਕੇ। ਉਹਨਾਂ ਕਿਹਾ ਸੀ ਕਿ ਨੈਸ਼ਨਲ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਦੇ ਆਧਾਰ ਦੇ ਉੱਤੇ ਕਰਨਗੇ। ਸਿਸੋਦੀਆ ਨੂੰ ਲਿਸਟ ਵਿੱਚ ਸਟੂਡੈਂਟਸ ਦੀ ਗਿਣਤੀ, ਪੱਕੇ ਟੀਚਰ ਤੇ ਖਾਲੀ ਅਹੁਦੇ, 10ਵੀਂ ਦੇ ਨਤੀਜੇ ਤੇ ਪ੍ਰਿੰਸੀਪਲ ਦੇ ਨਾਮ ਵੀ ਲੈਣੇ ਚਾਹੀਦੇ ਸਨ। ਉਹਨਾਂ 2013-14 ਤੋਂ 2019-20 ਦੇ ਅੰਕੜੇ ਦੇਣੇ ਚਾਹੀਦੇ ਸਨ ਤਾਂ ਜੋ ਸਾਰੀ ਤਸਵੀਰ ਸਪਸ਼ਟ ਹੋ ਸਕੇ। ਪ੍ਰਗਟ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਨਹੀਂ ਤਾਂ ਕਿਸ ਨੂੰ ਟ੍ਰੇਨਿੰਗ ਦੇ ਉੱਤੇ ਭੇਜ ਰਹੇ ਨੇ। ਜਦੋਂ ਨਵਾਂ ਸਕੂਲ ਨਹੀਂ ਬਣਾਇਆ ਤਾਂ ਉਹ ਬੁਨਿਆਦੀ ਢਾਂਚੇ ਦੀ ਕਿਹੜੀ ਗੱਲ ਕਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਸਿੱਖਿਆ ਢਾਂਚਾ ਬਹੁਤ ਕਮਜ਼ੋਰ ਰਿਹਾ। ਹੁਣ ਥੋੜ੍ਹਾ ਜਿਹਾ ਉੱਤੇ ਚੱਕਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹਾਲੇ ਵੀ ਹੈ। ਪੰਜਾਬ ਦੇ ਵਿੱਚ ਅਧਿਆਪਕ ਇਸ ਵੇਲੇ ਟੈਂਕੀਆਂ ਦੇ ਉੱਤੇ ਚੜ੍ਹੇ ਬੈਠੇ ਆ। ਪੰਜਾਬ ਦੇ ਵਿੱਚ ਡਾਂਗ ਬਹੁਤ ਫਿਰਦੀ ਹੈ ਸਾਡੇ ਅਧਿਆਪਕ ਭੈਣਾਂ ਵੀਰਾਂ ਦੇ। ਬਹੁਤ ਕੁਝ ਚੱਲਦਾ ਪੰਜਾਬ ਦੇ ਵਿੱਚ, ਜਦ ਕਿ ਦਿੱਲੀ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਨਹੀਂ ਆਉਂਦੀਆਂ। ਜੇ ਆਉਂਦੀ ਵੀ ਤਾਂ ਕਦੇ ਕੋਈ ਵਿਰਲੀ ਟਾਵੀ ਹੋਊਗੀ। ਪੰਜਾਬ ਦੇ ਵਿੱਚ ਹੁੰਦੀਆਂ ਹੀ ਇਹ ਖਬਰਾਂ। ਚੋਣਾਂ ਦੇ ਦਿਨਾਂ ਦੇ ਵਿੱਚ ਇਹ ਖਬਰਾਂ ਹੋਰ ਵੀ ਵੱਧ ਜਾਂਦੀਆਂ। ਹਾਲਾਂਕਿ ਪ੍ਰਗਟ ਸਿੰਘ ਇਹ ਗੱਲ ਕਹਿੰਦੇ ਵੀ ਇਹ ਤਾਂ ਨਗਰ ਨਿਗਮ ਵਾਲੀ ਸਥਿਤੀ ਆ ਦਿੱਲੀ ਦੀ, ਤਾਂ ਉਹ ਕੋਈ ਸੂਬਾ ਥੋੜ੍ਹੀ ਆ, ਉਹ ਤਾਂ ਇੱਕ ਮਿਊਨਿਸਪੈਲਿਟੀ ਵਾਲੀ ਗੱਲ ਆ। ਉਹ ਨਿੱਕੀ ਜਿਹੀ ਖੇਤਰ ਆ, ਨਿੱਕਾ ਜਿਹਾ ਥਾਂ, ਉੱਥੇ ਸਕੂਲ ਜਿੰਨੇ ਉਹਦੇ ਨਾਲੋਂ ਕਈ ਗੁਣਾ ਵੱਧ ਪੰਜਾਬ ਦੇ ਵਿੱਚ ਹੈ।
ਉਹਨਾਂ ਨੇ ਇਹ ਵੀ ਤਰਕ ਦਿੱਤਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਕਰਕੇ ਇੱਥੇ ਔਕੜਾਂ ਵੀ ਵੱਧ ਹੈ। ਪਤਾ ਨਹੀਂ ਹੁੰਦਾ ਪਰਲੇ ਪਾਰੋਂ ਕਿਹੋ ਜਿਹੀ ਹਰਕਤ ਹੋਵੇ ਤੇ ਸਰਹੱਦੀ ਖੇਤਰ ਦੇ ਸਕੂਲ ਬੰਦ ਕਰਨੇ ਪੈ ਜਾਣ। ਫਿਰ ਕੋਈ ਹੋਰ ਔਕੜ ਆਉਂਦੀ ਆ, ਕਦੇ ਕੋਈ ਔਕੜ ਆਉਂਦੀ ਆ, ਜਿਹਦੇ ਕਰਕੇ ਸਕੂਲ ਕਦੇ ਬੰਦ ਕਦੇ ਖੁੱਲ੍ਹਦੇ, ਕਦੇ ਬੰਦ ਕਦੇ ਖੁੱਲ੍ਹਦੇ ਆ। ਇਸ ਕਰਕੇ ਉਹਨਾਂ ਨੇ ਕਿਹਾ ਸੀ ਜੀ ਕਿ ਮੈਂ ਲਾਈਫ ਸਟੈਂਡਰਡ ਦੇ ਮਾਮਲੇ ਦੇ ਉੱਤੇ ਤੇ ਹੋਰ ਕਈ ਮੁੱਦਿਆਂ ਦੇ ਉੱਤੇ ਵੀ ਬਹਿਸ ਕਰਨ ਦੇ ਵਾਸਤੇ ਤਿਆਰ ਬਰ ਤਿਆਰ ਆ। ਪਰ ਪੰਜਾਬ ਦੇ ਸਕੂਲਾਂ ਦਾ ਪੱਧਰ ਸੱਚੀ ਮੁੱਚੀ ਉੱਚਾ ਹੋਵੇ, ਖਾਲੀ ਅਸਾਮੀਆਂ ਭਰ ਜਾਣ, ਕੱਚਿਆਂ ਨੂੰ ਪੱਕੇ ਕੀਤਾ ਜਾਵੇ, ਸਕੂਲਾਂ ਦੇ ਵਿੱਚ ਮੁੱਢਲੀਆਂ ਸਹੂਲਤਾਂ ਸਾਰੀਆਂ ਹੋਣ, ਬੱਚਿਆਂ ਦਾ ਚਿੱਤ ਕਰੇ ਉੱਡ ਉੱਡ ਕੇ ਸਕੂਲ ਜਾਣ ਨੂੰ, ਜਿਵੇਂ ਕਿ ਹੋਰ ਕਈ ਥਾਵਾਂ ਦੇ ਉੱਤੇ ਹੁੰਦਾ। ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਪ੍ਰਾਈਵੇਟ ਸਕੂਲ ਆ ਜਿਹੜੇ ਉਹ ਨਿੱਜੀ ਟਰਾਂਸਪੋਰਟ ਕੰਪਨੀਆਂ ਦੇ ਵਾਂਗੂ ਸਿਖਰ ਦੇ ਉੱਤੇ ਪਹੁੰਚ ਗਏ ਤੇ PRTC ਦੀਆਂ ਬੱਸਾਂ ਦੇ ਵਾਂਗੂ ਸਰਕਾਰੀ ਸਕੂਲਾਂ ਦਾ ਹਾਲ ਮਾੜਾ ਹੋ ਗਿਆ। ਕਾਰਨ ਤਾਂ ਆਪਣੇ ਹੀ ਆ। ਇਹ ਕਾਰਨ ਲੱਭ ਕੇ ਦੂਰ ਕਰਨੇ ਚਾਹੀਦੇ ਆ। ਪ੍ਰਗਟ ਸਿੰਘ ਕਰਨ ਜਾਂ ਕੋਈ ਹੋਰ ਕਰੇ, ਪਰ ਉਹਦਾ ਫਰਜ਼ ਬਣਦਾ ਪਹਿਲ ਦੇ ਆਧਾਰ ਦੇ ਉੱਤੇ ਸਾਰਾ ਕੁਝ ਠੀਕ ਕਰਨ ਦਾ। ਜਿਹੜੇ ਸੂਬੇ ਦੇ ਵਿੱਚ ਸਿੱਖਿਆ ਤੇ ਸਿਹਤ ਦਾ ਮਸਲਾ ਹੱਲ ਹੋ ਗਿਆ, ਉਹਦੇ ਅੱਧੋਂ ਵੱਧ ਮਸਲੇ ਹੱਲ ਹੋ ਗਏ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।